मझां चारन वाला चरवाहा जिसका नाम नूरा माही सी, वो मझां चारन आ गया। ने कहा कि गुरु जी ये तो अवसर झोटी है, ये दुध नहीं दे। महाराज कोल गंगा सागर सी जिस वे 288 सेक सन, तो गुरु जी ने कहा कि इस बर्तन विच मझ का दुध चो लवो। वाहिगुरू जी का खालसा वाहिगुरू जी की फतेह। संगत जी अज असी आए हैं टालीआणा साहब, जो कि तुसी उपर देख सकते हो वीडियो में लिखा हुआ गुरुद्वारा टालीआणा साहब, जोड़ा कि रायकोट लुधियाना रोड के उपर रायकोट में ही स्थित है जी। इस विच बहुत इतिहासिक जगह ने जिहड़ियां तुहाडे देखण वालियां ने। जिद्दां तुसीं इस सामने फोटो में देख सकते हो कि जिस में दर्शाया गया है कि 10वें पातशाह श्री गुरु गोबिंद साहब जी जिन्हां ने कल्ला जी तो विदायगी लैके दीना कांगड़ साहब वाल नूं कूच किया, तो दीना कांगड़ साहब तो वो जगह की जिथों गुरु गोबिंद साहब जी ने औरंगजेब नूं जफरनामा साहब भेजा सी। अगे इस विच असीं देखांगे वो जगह जिथे कि अवसर गुरु साहब जी वालों कहा गया तो अवसर झोटी वालों दुध दिता गया, तो उस छन्ने में पाया गया जिहदे विच 288 शेक सन, तो फिर भी दुध डुलिया नहीं जी। इस तो इलावा होर भी बहुत जगह ने जिहड़ियां देखण वालियां ने, जिमें जिमें इतिहास है तुहानूं उस बारे असीं विस्तार नाल जानकारी दिंदे जावांगे। चलो जी अगे चलते हैं, वीडियो नूं अंत तक जरूर देखना क्योंकि वीडियो के अंत विच इसके पूरे इतिहास बारे जानकारी दी गई है जी।
हाँ जी, ਅੱਗੇ ਆਪਾਂ ਦੇਖਾਂਗੇ ਸਾਹਮਣੇ ਲਿਖਿਆ ਹੋਇਆ ਗੁਰੂ ਘਰ ਜੀ ਦਾ ਇਤਿਹਾਸ, ਜਿਸ ਦੇ ਕਰਕੇ ਇਸ ਜਗ੍ਹਾ ਨੂੰ ਜਾਣਿਆ ਜਾਂਦਾ ਜੀ। ਤੁਸੀਂ ਦੇਖੋਗੇ ਕਿ ਇਸ ਇਤਿਹਾਸ ਨੂੰ ਤਿੰਨੇ ਭਾਸ਼ਾਵਾਂ ਵਿੱਚ ਲਿਖਿਆ ਗਿਆ, ਪੰਜਾਬੀ ਵਿੱਚ, ਅੰਗਰੇਜ਼ੀ ਵਿੱਚ ਅਤੇ ਹਿੰਦੀ ਵਿੱਚ। ਜਿਹੜੀ ਭਾਸ਼ਾ ਵੀ ਤੁਹਾਨੂੰ ਆਉਂਦੀ ਆ ਤੁਸੀਂ ਉਹਦੇ ਵਿੱਚ ਆਸਾਨੀ ਨਾਲ ਇਹਨੂੰ ਪੜ੍ਹ ਸਕਦੇ ਹੋ। ਤਾਂ ਇੱਥੇ ਮੈਂ ਤੁਹਾਨੂੰ ਪੰਜਾਬੀ ਵਿੱਚ ਥੋੜ੍ਹਾ ਵਿਸਤਾਰ ਨਾਲ ਪੜ੍ਹ ਕੇ ਦੱਸੂੰਗਾ ਅਤੇ ਵੀਡੀਓ ਵਿੱਚ ਮੈਂ ਤੁਹਾਨੂੰ ਜ਼ੂਮ ਵੀ ਕਰਕੇ ਦਿਖਾ ਦੂੰਗਾ, ਤੁਸੀਂ ਉੱਥੋਂ ਪੜ੍ਹ ਲਿਓ ਜੀ। ਹੋ ਸਕਦਾ ਤਾਂ ਪੌਜ਼ ਕਰਕੇ ਤੁਸੀਂ ਦੇਖ ਸਕਦੇ ਹੋ। ਤਾਂ ਚਲੋ ਮੈਂ ਤੁਹਾਨੂੰ ਪੰਜਾਬੀ ਵਿੱਚ ਪੜ੍ਹ ਕੇ ਦੱਸ ਦਿੰਦਾ ਕਿ ਇਹਦਾ ਮਤਲਬ ਕੀ ਆ, ਕਿ ਕੀ ਇਹ ਇਤਿਹਾਸ ਇਸ ਜਗ੍ਹਾ ਦਾ। ਸੰਨ 1705 ਈਸਵੀ ਵਿੱਚ ਸਿੱਖਾਂ ਦੇ 10ਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ ਇਸ ਜਗ੍ਹਾ 'ਤੇ ਆਏ ਸਨ ਅਤੇ ਉਹਨਾਂ ਨੇ ਇੱਕ ਟਾਹਲੀ ਥੱਲੇ ਆਪਣਾ ਆਸਣ ਲਾਇਆ, ਜਿਸ ਕਰਕੇ ਇਹਨੂੰ ਟਾਹਲੀਆਣ ਸਾਹਿਬ ਕਿਹਾ ਜਾਂਦਾ ਜੀ। ਤਾਂ ਜਦੋਂ ਗੁਰੂ ਸਾਹਿਬ ਜੀ ਆਏ ਤਾਂ ਉਹਨਾਂ ਨੇ ਇੱਥੋਂ ਦਾ ਇੱਕ ਚੌਧਰੀ ਸੀ ਕੱਲਾ ਜੀ, ਅਤੇ ਉਹਦਾ ਇੱਕ ਜਿਹਨੂੰ ਆਪਾਂ ਸੀਰੀ ਜਾਂ ਪਾਲੀ ਕਹਿ ਦਿੰਦੇ ਹਾਂ ਜਾਂ ਨੌਕਰ ਕਹਿ ਦਿੰਦੇ ਹਾਂ, ਨੂਰਾ ਮਾਹੀ ਸੀ। ਉਹਨੇ ਉਹਨਾਂ ਨੂੰ ਕਿਹਾ ਕਿ ਸਾਨੂੰ ਦੁੱਧ ਪਿਲਾ ਦਿਓ, ਅਤੇ ਉਹਨਾਂ ਨੇ ਕਿਹਾ ਕਿ ਗੁਰੂ ਸਾਹਿਬ ਅਸੀਂ ਮੱਝਾਂ ਦਾ ਸਵੇਰੀ ਚੋਈਆਂ ਨੇ, ਹੁਣ ਦੁੱਧ ਕਿੱਥੋਂ ਦੇਣਗੀਆਂ ਜੀ। ਤਾਂ ਗੁਰੂ ਸਾਹਿਬ ਨੇ ਇੱਕ ਅਵਸਰ ਝੋਟੀ ਵੱਲ ਇਸ਼ਾਰਾ ਕਰਕੇ ਕਿਹਾ ਕਿ ਸਾਨੂੰ ਉਸ ਦਾ ਦੁੱਧ ਮਤਲਬ ਕਿ ਪਿਲਾ ਦਿਓ ਅਤੇ ਇਹ ਛੰਨਾ ਲੈ ਜਾਓ, ਇਹਦੇ ਵਿੱਚ ਤੁਸੀਂ ਸਾਨੂੰ ਪਾ ਕੇ ਲਿਆ ਦਿਓ। ਤਾਂ ਜਦੋਂ ਦੇਖਿਆ ਨੂਰੇ ਨੇ ਕਿ ਪਹਿਲੀ ਗੱਲ ਤਾਂ ਅਵਸਰ ਝੋਟੀ ਦੁੱਧ ਨਹੀਂ ਦਿੰਦੀ, ਅਤੇ ਫਿਰ ਉਹਨਾਂ ਨੇ ਦੇਖਿਆ ਕਿ ਜਿਹੜਾ ਛੰਨਾ ਗੁਰੂ ਸਾਹਿਬ ਨੇ ਦਿੱਤਾ ਸੀ ਉਹਦੇ ਵਿੱਚ 288 ਛੇਕ ਸਨ, ਅਤੇ ਜਿਸ ਕਰਕੇ ਉਹ ਅਚਰਜ ਸੀ ਕਿ ਇਸ ਵਿੱਚ ਕਿੱਦਾਂ ਮਤਲਬ ਕਿ ਦੁੱਧ ਪੈ ਸਕਦਾ। ਤਾਂ ਜਿਵੇਂ ਹੀ ਨੂਰਾ ਗਿਆ ਦੁੱਧ ਚੋਣ ਲਈ ਤਾਂ ਅਵਸਰ ਝੋਟੀ ਨੇ ਦੁੱਧ ਵੀ ਦਿੱਤਾ ਅਤੇ ਉਸੇ ਛੰਨੇ ਵਿੱਚ ਦੁੱਧ ਨੂੰ ਲੈ ਕੇ ਵੀ ਆਇਆ ਅਤੇ ਦੁੱਧ ਬਿਲਕੁਲ ਵੀ ਨਹੀਂ ਡੁੱਲਾ। ਇਹ ਦੇਖ ਕੇ ਉਹ ਹੈਰਾਨ ਹੋ ਗਿਆ ਅਤੇ ਉਹਨੇ ਜਾ ਕੇ ਆਪਣੇ ਮਾਲਕ ਨੂੰ ਇਹ ਗੱਲ ਦੱਸੀ। ਤਾਂ ਮਾਲਕ ਆ ਕੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਪੈ ਗਿਆ ਅਤੇ ਉਹਨਾਂ ਨੇ ਕਿਹਾ ਕਿ ਸਾਨੂੰ ਕੋਈ ਸੇਵਾ ਦੱਸੋ। ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕਿਹਾ ਕਿ ਜੇਕਰ ਤੁਸੀਂ ਸੇਵਾ ਲੈਣੀ ਹੈ ਤਾਂ ਸਾਨੂੰ ਸਾਡੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਜੀ ਬਾਰੇ ਜਾਣਕਾਰੀ ਲਿਆ ਕੇ ਦਿਓ ਕਿ ਉਹ ਕਿੱਦਾਂ ਨੇ, ਕਿੱਦਾਂ ਰਹਿ ਰਹੇ ਨੇ। ਤਾਂ ਚੌਧਰੀ ਜੀ ਨੇ ਆਪਣੇ ਨੌਕਰ ਨੂੰ ਨੂਰੇ ਮਾਹੀ ਨੂੰ ਭੇਜਿਆ ਕਿ ਮਾਤਾ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਰੇ ਪਤਾ ਕਰਕੇ ਆਓ, ਅਤੇ ਉਹ ਉਸ ਜਗ੍ਹਾ 'ਤੇ ਸਰਹੰਦ ਆਪਣੀ ਭੈਣ ਕੋਲ ਰਿਹਾ ਅਤੇ ਉੱਥੋਂ ਪਤਾ ਕੀਤਾ ਅਤੇ ਆ ਕੇ ਗੁਰੂ ਸਾਹਿਬ ਨੂੰ ਸਾਰੀ ਬਿੱਥ ਦੱਸੀ। ਤਾਂ ਗੁਰੂ ਸਾਹਿਬ ਨੇ ਜਦੋਂ ਇਹ ਗੱਲ ਸੁਣੀ ਕਿ ਉਹਨਾਂ ਨਾਲ ਕੀ ਉੱਥੇ ਹੋ ਰਿਹਾ, ਤਾਂ ਉਹਨਾਂ ਨੇ ਇੱਕ ਕਾਹੀ ਦਾ ਬੂਟਾ ਨੀਚੋਂ ਪੱਟਿਆ ਅਤੇ ਕਿਹਾ ਕਿ ਇੱਦਾਂ ਹੀ ਤੁਰਕਾਂ ਦੀ ਜੜ ਪੁੱਟੀ ਜਾਵੇਗੀ। ਅਤੇ ਉਸ ਤੋਂ ਬਾਅਦ ਜਿਹੜਾ ਚੌਧਰੀ ਇਕੱਲਾ ਸੀ ਉਹ ਕਹਿੰਦਾ ਕਿ ਅਸੀਂ ਵੀ ਤਾਂ ਮਹਾਰਾਜ ਤੁਰਕਾਂ, ਤਾਂ ਅਸੀਂ ਤਾਂ ਤੁਹਾਡੀ ਸੇਵਾ ਕੀਤੀ, ਅਸੀਂ ਤਾਂ ਕੋਈ ਗੁਨਾਹ ਨਹੀਂ ਕੀਤਾ, ਤਾਂ ਸਾਡੇ ਵਾਸਤੇ ਤਾਂ ਇੱਦਾਂ ਦੇ ਮਤਲਬ ਕਿ ਬਿਆਨ ਨਾ ਕਰੋ ਜੀ। ਤਾਂ ਗੁਰੂ ਸਾਹਿਬ ਨੇ ਕਿਹਾ ਕਿ ਤੁਸੀਂ ਸਾਡੀ ਸੇਵਾ ਕੀਤੀ ਹੈ ਅਤੇ ਤੁਸੀਂ ਇਹੋ ਜਿਹਾ ਕੋਈ ਪਾਪ ਨਹੀਂ ਕੀਤਾ, ਇਸ ਕਰਕੇ ਤੁਸੀਂ ਜਿੰਨਾ ਚਿਰ ਸੇਵਾ ਕਰਦੇ ਰਹੋਗੇ ਤੁਸੀਂ ਓਨਾ ਟਾਈਮ ਚੜ੍ਹਦੀ ਕਲਾ ਵਿੱਚ ਰਹੋਗੇ। ਉੱਦਾਂ ਹੀ ਹੋਇਆ, ਉਹ ਜਿੰਨਾ ਚਿਰ ਗੁਰੂ ਘਰ ਦੀ ਸੇਵਾ ਕਰਦੇ ਰਹੇ ਅੱਜ ਤੱਕ ਉਹ ਉਸ ਜਗ੍ਹਾ 'ਤੇ ਸੁਸ਼ੋਭਿਤ ਨੇ, ਮਤਲਬ ਕਿ ਚੜ੍ਹਦੀ ਕਲਾ ਵਿੱਚ ਨੇ। ਅਤੇ ਇਸ ਜਗ੍ਹਾ 'ਤੇ ਉਹ ਕਾਹੀ ਵਾਲਾ ਬੂਟਾ ਜਿੱਥੋਂ ਪੱਟਦੇ ਆ ਉਹ ਜਗ੍ਹਾ ਵੀ ਇੱਥੇ ਦਿਖਾਈ ਗਈ ਆ, ਉਸ ਬਾਰੇ ਵੀ ਤੁਹਾਨੂੰ ਅੱਗੇ ਦਿਖਾਵਾਂਗੇ। ਅਤੇ ਹੋਰ ਵੀ ਜਗ੍ਹਾ ਨੇ ਜਿੱਦਾਂ ਕਿ ਮੰਜੀ ਸਾਹਿਬ, ਉਹ ਵੀ ਇੱਥੇ ਸੁਸ਼ੋਭਿਤ ਆ, ਤੁਹਾਨੂੰ ਉਹ ਵੀ ਦਿਖਾਵਾਂਗੇ ਜੀ। ਜਿੱਥੇ ਕਿ ਨੂਰੇ ਮਾਹੀ ਨੇ ਮੱਝ ਚੋਈ ਸੀ ਉਹ ਵੀ ਤੁਹਾਨੂੰ ਦਿਖਾਵਾਂਗੇ, ਉਸ ਬਾਰੇ ਵੀ ਤੁਹਾਨੂੰ ਜਾਣਕਾਰੀ ਦੇਵਾਂਗੇ। ਅੱਗੇ ਮੈਂ ਸਾਰਾ ਇਤਿਹਾਸ ਪੰਜਾਬੀ ਵਿੱਚ ਥੋੜ੍ਹਾ ਜ਼ੂਮ ਕਰਕੇ ਵੀਡੀਓ ਵਿੱਚ ਪਾ ਦੂੰਗਾ ਜੀ, ਤੁਸੀਂ ਉਹਨੂੰ ਉੱਥੋਂ ਪੌਜ਼ ਕਰਕੇ ਪੜ੍ਹ ਸਕਦੇ ਹੋ ਜੀ। ਜੇ ਕੁਛ ਮੈਥੋਂ ਰਹਿ ਗਿਆ, ਭੁੱਲ ਚੁੱਕ ਹੋ ਗਈ, ਤਾਂ ਉਹਦੇ ਵਾਸਤੇ ਮੈਨੂੰ ਮਾफ़ ਕਰੋ ਜੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ।
ਹਾਂਜੀ, ਅੱਗੇ ਤੁਸੀਂ ਦੇਖ ਸਕਦੇ ਹੋ ਗੁਰੂ ਗੋਬਿੰਦ ਸਿੰਘ ਮਾਰਗ, ਜੋ ਕਿ ਅਨੰਦਪੁਰ ਸਾਹਿਬ ਤੋਂ ਤਲਵੰਡੀ ਸਾਬੋ ਤੱਕ ਇਹ ਮਾਰਗ ਬਣਿਆ ਹੋਇਆ, ਜਿੱਥੋਂ ਤੱਕ ਕਿ ਦਿਖਾਇਆ ਗਿਆ ਕਿ ਕਿਹੜੇ ਕਿਹੜੇ ਪੈਂਡੇ ਰਾਹੀਂ ਕਿੱਥੋਂ ਕਿੱਥੋਂ ਦੀ ਗੁਰੂ ਸਾਹਿਬ ਨੇ, ਸਿੱਖਾਂ ਦੇ 10ਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ ਨੇ ਆਪਣੇ ਚਰਨ ਪਾਏ ਤੇ ਮਾਰਗ ਤੈਅ ਕੀਤਾ ਜੀ। ਉਸ ਜਗ੍ਹਾ ਦੇ ਨੂੰ ਮਿਲਾਉਂਦੇ ਹੋਏ ਗੁਰੂ ਗੋਬਿੰਦ ਸਿੰਘ ਮਾਰਗ ਜੀ ਬਣਾਇਆ ਗਿਆ, ਤੇ ਇੱਥੇ ਉਹ ਜਗ੍ਹਾਵਾਂ ਸਾਰੀਆਂ ਦਿਖਾਈਆਂ ਹੋਈਆਂ ਹਨ ਇਸ ਤਸਵੀਰ ਵਿੱਚ। ਤੁਸੀਂ ਇਹਨੂੰ ਦੇਖ ਸਕਦੇ ਹੋ, ਪੌਜ਼ ਕਰਕੇ ਦੇਖ ਲਓ ਜਾਂ ਜ਼ੂਮ ਕਰਕੇ ਦੇਖ ਸਕਦੇ ਹੋ।
ਹਾਂਜੀ ਸਾਧ ਸੰਗਤ ਜੀ, ਅੱਗੇ ਉਹ ਜਗ੍ਹਾ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਕਾਹੀ ਦਾ ਬੂਟਾ, ਜਿਹਨੂੰ ਅਸੀਂ ਦੱਬ ਵੀ ਕਹਿੰਦੇ ਹਾਂ ਪੰਜਾਬੀ ਵਿੱਚ, ਉਹਦੀ ਜੜ ਪੁੱਟੀ ਸੀ, ਜਿਹਦੇ ਇਤਿਹਾਸ ਬਾਰੇ ਥੋੜ੍ਹਾ ਤੁਹਾਨੂੰ ਪਹਿਲਾਂ ਮੈਂ ਦੱਸ ਚੁੱਕਿਆ ਕਿ ਜਦੋਂ ਗੁਰੂ ਸਾਹਿਬ ਜੀ ਇੱਥੇ ਆ ਕੇ ਰਹੇ ਤਾਂ ਉਹਨਾਂ ਨੇ ਕੱਲਾ ਚੌਧਰੀ ਜੀ ਨੂੰ ਕਿਹਾ, ਉਹਨਾਂ ਨੂੰ ਸੇਵਾ ਲਾਈ ਕਿ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਬਾਰੇ ਸਰਹੰਦ ਤੋਂ ਪਤਾ ਕਰਕੇ ਦੱਸੋ। ਤਾਂ ਚੌਧਰੀ ਜੀ ਨੇ ਆਪਣੇ ਨੌਕਰ ਨੂਰੇ ਨੂੰ ਭੇਜਿਆ, ਤਾਂ ਸਰਹੰਦ ਨੂਰੇ ਦੀ ਭੈਣ ਵਿਆਹੀ ਹੋਈ ਸੀ। ਉੱਥੇ ਜਾ ਕੇ ਜਦੋਂ ਉਹਨੇ ਪਤਾ ਕਰਕੇ ਰਾਏਕੋਟ ਵਾਪਸ ਆਇਆ ਤਾਂ ਉਹਨੇ ਗੁਰੂ ਸਾਹਿਬ ਨੂੰ ਦੱਸਿਆ ਕਿ ਛੋਟੇ ਸਾਹਿਬਜ਼ਾਦਿਆਂ ਨੇ ਧਰਮ ਨਹੀਂ ਬਦਲਿਆ, ਅਤੇ ਜਿਸ ਕਰਕੇ ਨਵਾਬ ਨੇ ਉਹਨਾਂ ਨੂੰ ਨੀਹਾਂ ਵਿੱਚ ਚਿਣਵਾ ਦਿੱਤਾ। ਤਾਂ ਫਿਰ ਗੁਰੂ ਸਾਹਿਬ ਨੇ ਕਾਹੀ ਦਾ ਬੂਟਾ ਉਦੋਂ ਪੱਟਿਆ ਆਪਣੇ ਤੀਰ ਦੀ ਨੋਕ ਦੇ ਨਾਲ, ਅਤੇ ਕਿਹਾ ਕਿ ਮੁਗਲਾਂ ਦੀ ਜੜ ਪੁੱਟੀ ਜਾਵੇਗੀ। ਤਾਂ ਫਿਰ ਤੁਹਾਨੂੰ ਪਹਿਲਾਂ ਮੈਂ ਦੱਸ ਚੁੱਕਿਆ ਕਿ ਫਿਰ ਜੋ ਚੌਧਰੀ ਸੀ ਉਹਨੇ ਵੀ ਕਿਹਾ ਕਿ ਅਸੀਂ ਵੀ ਤੁਰਕ ਆ ਜੀ। ਤਾਂ ਗੁਰੂ ਸਾਹਿਬ ਨੇ ਕਿਹਾ, ਉਹਨਾਂ ਤੋਂ ਬਹੁਤ ਖੁਸ਼ ਸਨ, ਅਤੇ ਉਹਨਾਂ ਨੇ ਕਿਹਾ ਕਿ ਤੁਸੀਂ ਜਿੰਨਾ ਚਿਰ ਸੇਵਾ ਕਰਦੇ ਰਹੋਗੇ ਤਾਂ ਤੁਹਾਡੀ ਚੜ੍ਹਦੀ ਕਲਾ ਰਹੇਗੀ। ਅਤੇ ਇਸ ਕਰਕੇ ਗੁਰੂ ਸਾਹਿਬ ਨੇ ਉਹਨਾਂ ਨੂੰ ਗੰਗ ਸਾਗਰ, ਜਿਹਨੂੰ ਕਿ ਛੰਨਾ ਵੀ ਕਹਿ ਦਿੰਦੇ ਆ, ਉਹ ਭੇਂਟ ਕੀਤਾ। ਇੱਕ ਕਿਰਪਾਨ ਭੇਂਟ ਕੀਤੀ, ਜਿਹੜੀ ਕਿ ਅੱਜ ਕੱਲ੍ਹ ਪਾਕਿਸਤਾਨ ਵਿੱਚ ਚਲੀ ਗਈ, ਪਾਕਿਸਤਾਨ ਵਿੱਚ ਸੁਸ਼ੋਭਿਤ ਹੈ ਜੀ, ਉਹ ਵੀ ਉਹਨਾਂ ਨੂੰ ਭੇਂਟ ਕੀਤੀ ਸੀ। ਅਤੇ ਇਸ ਇਤਿਹਾਸ ਬਾਰੇ ਮੈਂ ਅੱਗੇ ਥੋੜ੍ਹਾ ਜ਼ੂਮ ਕਰਕੇ ਵੀਡੀਓ ਵਿੱਚ ਤੁਹਾਨੂੰ ਦੇ ਦੂੰਗਾ ਜੀ, ਤੁਸੀਂ ਉਹਨੂੰ ਉੱਥੇ ਦੇਖ ਸਕਦੇ ਹੋ, ਤਾਂ ਸਕਰੀਨਸ਼ਾਟ ਵੀ ਲੈ ਸਕਦੇ ਹੋ ਇਤਿਹਾਸ ਬਾਰੇ। ਅਤੇ ਮੈਂ ਤਾਂ ਕਹੂੰਗਾ ਕਿ ਗੁਰੂ ਘਰ ਖੁਦ ਆਓ ਅਤੇ ਸਾਰਾ ਇਤਿਹਾਸ ਖੁਦ ਦੇਖੋ, ਕਿਉਂਕਿ ਕੈਮਰੇ ਦੀ ਅੱਖ ਨਾਲ ਤੁਸੀਂ ਉਹ ਚੀਜ਼ ਨਹੀਂ ਦੇਖ ਸਕਦੇ ਜਿਹੜੀ ਤੁਸੀਂ ਖੁਦ ਇੱਥੇ ਆ ਕੇ ਦੇਖ ਸਕਦੇ ਹੋ। ਧੰਨਵਾਦ।
ਆ ਵੀ ਉਹੀ ਚੀਜ਼ ਹੈ ਜਿਹੜੀ ਦੇਖਣਾ ਕਿ ਦੁਬਾਰੇ ਤਿਆਰ
ਸਤਿਕਾਰਯੋਗ ਗੁਰੂ ਦੀ ਸਾਜੀ ਨਵਾਜੀ ਸਾਧ ਸੰਗਤ ਜੀਓ, ਆਪ ਅੱਜ ਜਿਸ ਪਾਵਨ ਪਵਿੱਤਰ ਸਥਾਨ ਦੇ ਤੁਸੀਂ ਦਰਸ਼ਨ ਕਰ ਰਹੇ ਹੋ, ਇਹ ਸਥਾਨ 1705 ਈਸਵੀ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਿੱਖ ਇਤਿਹਾਸ ਅਤੇ ਪਰੰਪਰਾ ਮੁਤਾਬਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਮਾਸੀਵਾੜੇ ਤੋਂ ਚੱਲ ਕੇ ਰੈਕੋਟ ਦੇ ਘਣੇ ਜੰਗਲਾਂ ਵਿੱਚ ਇੱਕ ਸੱਪੜੀ ਦੇ ਕੰਢੇ ਟਾਹਲੀ ਦੇ ਦਰਖਤ ਹੇਠ 1705 ਈਸਵੀ ਨੂੰ ਸਵੇਰੇ ਅੰਮ੍ਰਿਤ ਵੇਲੇ ਆ ਕੇ ਆਸਣ ਲਾਇਆ ਅਤੇ ਪਾਵਨ ਧਰਤੀ ਨੂੰ ਸੁਭਾਗਾ ਕੀਤਾ ਅਤੇ ਪਵਿੱਤਰ ਕੀਤਾ। ਦਿਨ ਚੜ੍ਹਿਆ ਤਾਂ ਰਾਏ ਕੱਲਾ ਦਾ ਚਰਵਾਹਾ ਨੂਰਾ ਮਾਹੀ, ਰਾਏ ਕੱਲਾ ਜੋ ਰੈਕੋਟ ਦਾ ਮਾਲਕ ਸੀਗਾ, ਉਸ ਦਾ ਇੱਕ ਮੱਝਾਂ ਚਾਰਨ ਵਾਲਾ ਚਰਵਾਹਾ ਜਿਸ ਦਾ ਨਾਮ ਨੂਰਾ ਮਾਹੀ ਸੀ, ਉਹ ਮੱਝਾਂ ਚਾਰਨ ਆ ਗਿਆ। ਗੁਰੂ ਜੀ ਨੇ ਨੂਰੇ ਨੂੰ ਕਿਹਾ ਕਿ ਤੁਸੀਂ ਸਮੁੰਦਰ ਸੁਕਾਉਣ ਲਈ ਨੂਰੇ ਨੂੰ ਕਿਹਾ। ਨੂਰੇ ਨੇ ਬੇਨਤੀ ਕੀਤੀ ਕਿ ਮਹਾਰਾਜ, ਅੱਜ ਤਾਂ ਮੈਂ ਮੱਝਾਂ ਚੋ ਕੇ ਅਜੇ ਹੁਣੇ ਹੀ ਚੋ ਕੇ ਆਇਆ ਹਾਂ, ਜੇ ਤੁਸੀਂ ਕਹੋ ਤਾਂ ਮੈਂ ਘਰੋਂ ਜਾ ਕੇ ਲੈ ਆਉਂਦਾ ਹਾਂ। ਤਾਂ ਗੁਰੂ ਜੀ ਨੇ ਇੱਕ ਕੌਸਰ ਝੋਟੀ ਵੱਲ ਨਿਗਾਹ ਮਾਰੀ ਅਤੇ ਕਿਹਾ ਕਿ ਕੌਸਰ ਝੋਟੀ ਨੂੰ ਚੋ ਲਵੋ। ਤਾਂ ਗੁਰੂ ਜੀ ਨੇ ਕਿਹਾ, ਨੂਰੇ ਨੇ ਕਿਹਾ ਕਿ ਗੁਰੂ ਜੀ ਇਹ ਤਾਂ ਕੌਸਰ ਝੋਟੀ ਹੈ, ਇਹ ਦੁੱਧ ਨਹੀਂ ਦੇ ਸਕਦੀ। ਤਾਂ ਗੁਰੂ ਜੀ ਨੇ ਫਰਮਾਇਆ ਕਿ ਤੂੰ ਇਸਨੂੰ ਥਾਪੀ ਦੇ ਕੇ ਇਸ ਦੇ ਥੱਲੇ ਬੈਠ। ਜਦ ਨੂਰਾ ਉਸ ਥੱਲੇ ਬੈਠਿਆ, ਥਾਪੀ ਦੇ ਕੇ ਝੋਟੀ ਕੌਸਰ ਝੋਟੀ ਹੇਠਾਂ, ਤਾਂ ਉਹ ਝੋਟੀ ਨੇ ਦੁੱਧ ਲਾ ਲਿਆ। ਨੂਰੇ ਦੀ ਕੋਈ ਹੱਦ ਨਾ, ਹੈਰਾਨੀ ਦੀ ਹੱਦ ਨਾ ਰਹੀ। ਅਤੇ ਨੂਰੇ ਨੇ ਫਿਰ ਗੁਰੂ ਮਹਾਰਾਜ ਜੀ ਨੂੰ ਕਿਹਾ ਕਿ ਹੁਣ ਬਰਤਨ ਨਹੀਂ ਹੈਗਾ, ਕਿਸ ਬਰਤਨ ਵਿੱਚ ਚੋਵਾਂ। ਗੁਰੂ ਜੀ ਮਹਾਰਾਜ ਕੋਲ ਗੰਗਾ ਸਾਗਰ ਸੀ ਜਿਸ ਵਿੱਚ 288 ਸੇਕ ਸਨ। ਤਾਂ ਗੁਰੂ ਜੀ ਨੇ ਕਿਹਾ ਕਿ ਇਸ ਬਰਤਨ ਵਿੱਚ ਮੱਝ ਦਾ ਦੁੱਧ ਚੋ ਲਵੋ। ਤਾਂ ਜਦ ਨੂਰੇ ਨੇ ਦੇਖਿਆ, ਨੂਰਾ ਕਹਿੰਦਾ ਵੇਖ ਵਿੱਚ ਤਾਂ ਗਲੀਆਂ ਹਨ, ਦੁੱਧ ਖੜਨਾ ਨਹੀਂ। ਤਾਂ ਗੁਰੂ ਜੀ ਨੇ ਕਿਹਾ ਕਿ ਤੁਸੀਂ ਇਸ ਵਿੱਚ ਚੋ ਲਓ। ਤਾਂ ਨੂਰੇ ਨੇ ਦੁੱਧ ਉਸ ਵਿੱਚ ਚੋ ਲਿਆ ਜੋ 288 ਸੇਕ ਸਨ। ਗੰਗਾ ਸਾਗਰ ਵਿੱਚ ਦੁੱਧ ਨਹੀਂ ਡੁੱਲਿਆ। ਇਹ ਗੱਲ ਜਾ ਕੇ ਨੂਰੇ ਮਾਹੀ ਨੇ ਆਪਣੇ ਮਾਲਕ ਰਾਏ ਕੱਲੇ ਨੂੰ ਦੱਸੀ ਕਿ ਆਪਣੇ ਜਿੱਥੇ ਮੈਂ ਮੱਝਾਂ ਚਾਰਨ ਜਾਂਦਾ ਹਾਂ, ਉੱਥੇ ਇੱਕ ਸੰਤ ਆਇਆ ਹੈ ਜਿਸ ਨੇ ਕੌਸਰ ਝੋਟੀ ਦਾ ਦੁੱਧ ਚੁਆਇਆ ਹੈ। ਸੋ ਰਾਏ ਕੱਲਾ ਅਤੇ ਆਪਣੇ ਬੰਦਿਆਂ ਨੂੰ ਨਾਲ ਲੈ ਕੇ ਗੁਰੂ ਜੀ ਪਾਸ ਪਹੁੰਚਿਆ ਅਤੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਸਾਡੇ ਲੈ ਕੋਈ ਸੇਵਾ ਦੱਸੋ। ਤਾਂ ਗੁਰੂ ਜੀ ਨੇ ਫਰਮਾਇਆ ਕਿ ਸਰਹੰਦ ਤੋਂ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਬਾਰੇ ਪਤਾ ਮੰਗਵਾ ਕੇ ਦਿਓ। ਤਾਂ ਨੂਰੇ ਰਾਏ ਕੱਲੇ ਨੇ ਆਪਣੇ ਚਰਵਾਹੇ ਨੂਰੇ ਮਾਹੀ ਨੂੰ, ਜਿਸ ਦੀ ਕਿ ਭੈਣ ਸਰਹੰਦ ਵਿਆਹੀ ਹੋਈ ਸੀ, ਉਸ ਨੂੰ ਭੇਜਿਆ ਸਰਹੰਦ ਪਤਾ ਲੈਣ। ਜਦ ਨੂਰਾ ਵਾਪਸ ਸਰਹੰਦੋਂ ਸਾਰੀ ਵਾਰਤਾ ਪਤਾ ਕਰਕੇ ਆਇਆ ਤਾਂ ਗੁਰੂ ਮਹਾਰਾਜ ਜੀ ਪਿਛਲੇ ਪਾਸੇ ਜੜਪੁੱਟੀ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ, ਉੱਥੇ ਬਿਰਾਜਮਾਨ ਸਨ। ਤਾਂ ਨੂਰੇ ਨੇ ਵਾਪਸ ਪਹੁੰਚ ਕੇ ਉੱਥੇ ਗੁਰੂ ਜੀ ਨੂੰ ਸਾਰੀ ਸਰਹੰਦ ਦੀ ਵਾਰਤਾ ਸੁਣਾਈ ਕਿ ਕਿਸ ਤਰ੍ਹਾਂ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਗਿਆ ਹੈ। ਤਾਂ ਗੁਰੂ ਮਹਾਰਾਜ ਜੀ ਨਾਲੇ ਵਾਰਤਾ ਸੁਣ ਰਹੇ ਸਨ, ਨਾਲੇ ਕਾਹੀਂ ਦੇ ਬੂਟੇ ਨੂੰ ਤੀਰ ਨਾਲ ਖੁਰਚ ਰਹੇ ਸਨ। ਤੋਂ ਜਦੋਂ ਨੂਰੇ ਮਾਹੀ ਨੇ ਸਾਰੀ ਵਾਰਤਾ ਸੁਣਾਈ ਸਾਹਿਬਜ਼ਾਦਿਆਂ ਦੀ, ਤਾਂ ਗੁਰੂ ਮਹਾਰਾਜ ਜੀ ਨੇ ਕਾਹੀਂ ਦਾ ਬੂਟਾ ਪੁੱਟ ਕੇ ਕਿਹਾ ਕਿ ਹੁਣ ਮੁਗਲ ਰਾਜ ਦੀ ਜੜ ਪੁੱਟੀ ਗਈ ਹੈ। ਇੱਥੇ ਗੁਰਦੁਆਰਾ ਬੂਟਾ ਸਾਹਿਬ ਬਣਿਆ ਹੋਇਆ ਜਿੱਥੇ ਕੌਸਰ ਝੋਟੀ ਮੱਝ ਬੰਨ੍ਹ ਕੇ ਦੁੱਧ ਚੋਇਆ ਸੀ, ਅਤੇ ਪਿਛਲੇ ਪਾਸੇ ਜਿੱਥੇ ਸਾਕਾ ਸੁਣਿਆ ਸੀ ਸਾਹਿਬਜ਼ਾਦਿਆਂ ਅਤੇ ਮਾਤਾ ਜੀ ਦਾ, ਉੱਥੇ ਗੁਰਦੁਆਰਾ ਜੜਪੁੱਟੀ ਸਾਹਿਬ ਬਣਿਆ ਹੋਇਆ ਹੈ। ਇੱਥੇ ਹਰੇਕ ਮਹੀਨੇ ਮੱਸਿਆ ਦਾ ਪਾਵਨ ਪਵਿੱਤਰ ਤਿਉਹਾਰ ਬੜੀ ਸ਼ਰਧਾ ਅਤੇ ਭਾਵਨਾ ਨਾਲ ਮਨਾਇਆ ਜਾਂਦਾ ਹੈ। ਸਾਲਾਨਾ ਜੋੜ ਮੇਲਾ 2-3 ਜਨਵਰੀ ਨੂੰ ਹਰੇਕ ਸਾਲ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇੱਥੇ ਸੰਗਤਾਂ ਬਹੁਤ ਜ਼ਿਆਦਾ, ਹਰ ਰੋਜ਼ ਹੀ ਸੰਗਤਾਂ ਦੀਆਂ ਮਨੋਕਾਮਨਾ ਭਾਵਨਾ ਪੂਰੀਆਂ ਹੁੰਦੀਆਂ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।